मसीह यीशु दे जिंदा पाक ते जलाली नाम विच सारे भैन भाइयों बहुत बहुत सलाम। पौलुस रसूल दा खत इब्रानियों दी कलीसिया दे नाम ओदा दूसरा बाब और ओदी पहली आयत खुदा दे कलाम चो असीं तिलावत करांगे। और खुदा दे कलाम च लिखिया है, इसलिए जो बातें हमने सुनी उन पर और भी दिल लगाकर गौर करना चाहिए ताकि बहकर उनसे दूर ना चले जाएं। इसलिए जो बातें हमने सुनी उन पर और भी दिल लगाकर गौर करना चाहिए ताकि बहकर उनसे दूर ना चले जाएं। ਜਿਹੜੀਆਂ ਗੱਲਾਂ ਅਸੀਂ ਸੁਣੀਆਂ ਨੇ ਕਲਾਮ ਦੀਆਂ, ਜਿਹੜੀਆਂ ਸੱਚਾਈਆਂ ਅਸੀਂ ਜਾਣਨੇ ਆ, ਜਿਨ੍ਹਾਂ ਤੋਂ ਅਸੀਂ ਵਾਕਿਫ ਹਾਂ, ਜਿਨ੍ਹਾਂ ਨੂੰ ਅਸੀਂ ਪੜ੍ਹਿਆ, ਜਿਨ੍ਹਾਂ ਨੂੰ ਅਸੀਂ ਸੁਣਿਆ ਔਰ ਜਿਨ੍ਹਾਂ ਨੂੰ ਅਸੀਂ ਆਪਸ 'ਚ ਬਹਿ ਕੇ ਡਿਸਕਸ ਕੀਤਾ ਹੈ, ਪੌਲੁਸ ਸਾਨੂੰ ਇਹ ਤਾਲੀਮ ਦਿੰਦਾ ਕਿ ਉਹਨਾਂ 'ਤੇ ਦਿਲ ਲਾ ਕੇ ਹੋਰ ਧਿਆਨ ਦੇ ਨਾਲ ਗੌਰ ਕਰਨ ਦੀ ਲੋੜ ਹੈ। ਹੋਰ ਗੌਰ ਕਰਨਾ ਚਾਹੀਦਾ ਉਹਨਾਂ 'ਤੇ, ਕਿਉਂਕਿ ਉਹ ਗੱਲਾਂ ਸਾਡੀ ਜ਼ਿੰਦਗੀ ਨੂੰ ਸੰਭਾਲਦੀਆਂ ਨੇ ਔਰ ਉਹਨਾਂ ਗੱਲਾਂ ਦੇ ਜ਼ਰੀਏ ਹੀ ਅਸੀਂ ਖੁਦਾ ਦੇ ਨਾਲ ਜੁੜੇ ਰਹਿੰਦੇ ਹਾਂ। ਤੁਸੀਂ ਇਹ ਗੱਲ ਕਦੀ ਨਾ ਭੁੱਲਣਾ, ਸ਼ੈਤਾਨ ਦੀ ਇਹ ਕੋਸ਼ਿਸ਼ ਹੈ ਕਿ ਜੋ ਕੁਝ ਅਸੀਂ ਸੁਣ ਚੁੱਕੇ ਹਾਂ ਨਾ ਉਹ ਸਾਡੇ ਜ਼ਿਹਨ 'ਚੋਂ ਕੱਢ ਦੇ। ਤੁਸੀਂ ਇੱਕ ਚੀਜ਼ ਨੋਟ ਕਰਨਾ, ਤੁਸੀਂ ਫਿਲਮ ਦੇਖ ਲਓ, ਫਿਲਮ ਦੀ ਸਟੋਰੀ ਯਾਦ ਰਹੇਗੀ, ਕਲਾਮ ਭੁੱਲ ਜਾਂਦੇ। ਇਹ ਮੁਸ਼ਤਰਕਾ ਗੱਲ ਹੈ ਸਭ ਦੀ। ਫਿਲਮ ਦੀ ਸਟੋਰੀ ਯਾਦ ਰਹਿੰਦੀ ਹੈ ਕਿਉਂਕਿ ਸ਼ੈਤਾਨ ਚਾਹੁੰਦਾ ਹੈ ਕਿ ਉਹ ਤੁਹਾਨੂੰ ਯਾਦ ਰਹੇ, ਔਰ ਕਲਾਮ ਜਿਹੜਾ ਉਹ ਤੁਹਾਨੂੰ ਇਸ ਲਈ ਭੁੱਲ ਜਾਂਦਾ ਹੈ ਕਿਉਂਕਿ ਸ਼ੈਤਾਨ ਦੀ ਇਹ ਕੋਸ਼ਿਸ਼ ਹੈ ਕਿ ਕਲਾਮ ਅਗਰ ਇਹਦੇ ਅੰਦਰ ਰਹੇਗਾ ਤਾਂ ਇਹ ਬੰਦਾ ਤਰੱਕੀ ਕਰ ਜਾਏਗਾ, ਕਲਾਮ ਅਗਰ ਇਹਦੇ ਅੰਦਰ ਰਹੇਗਾ ਤਾਂ ਇਹ ਬੰਦਾ ਸੁਖੀ ਰਹੇਗਾ, ਕਲਾਮ ਅਗਰ ਇਹਦੇ ਅੰਦਰ ਰਹੇਗਾ ਤਾਂ ਇਹ ਖੁਦਾ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਜਾਣਨ ਲੱਗ ਪਏਗਾ, ਕਲਾਮ ਅਗਰ ਇਹਦੇ ਅੰਦਰ ਰਹੇਗਾ ਤਾਂ ਇਹਦੀ ਜ਼ਿੰਦਗੀ ਸੰਵਰ ਜਾਏਗੀ। ਉਹ ਨਹੀਂ ਚਾਹੁੰਦਾ ਕਿ ਸਾਡੀ ਜ਼ਿੰਦਗੀ ਸੰਵਰੇ। ਯੂਹੰਨਾ ਦੀ ਮਾਰਫਤ ਜਿਹੜਾ ਅੰਜੀਲੀ ਬਿਆਨ ਹੈ ਉਹਦੇ 10ਵੇਂ ਬਾਬ 'ਚ ਲਿਖਿਆ ਕਿ ਚੋਰ ਇਸ ਲਈ ਆਉਂਦਾ ਤਾਂ ਕਿ ਚੁਰਾਏ, ਮਾਰ ਡਾਲੇ ਤੇ ਹਲਾਕ ਕਰੇ, ਲੇਕਿਨ ਮੈਂ ਇਸ ਲਈ ਆਇਆ ਤਾਂ ਕਿ ਇਹ ਜ਼ਿੰਦਗੀ ਪਾਣ। ਠੀਕ ਹੈ ਨਾ, ਮਸੀਹ ਯਿਸੂ ਜ਼ਿੰਦਗੀ ਦੇਣਾ ਚਾਹੁੰਦਾ, ਲੇਕਿਨ ਸ਼ੈਤਾਨ ਦਾ ਮਨਸੂਬਾ ਇਹ ਹੈ ਕਿ ਉਹ ਸਾਨੂੰ ਜ਼ਿੰਦਗੀ ਤੋਂ ਦੂਰ ਕਰੇ। ਔਰ ਅਸੀਂ ਜਦੋਂ ਖੁਦਾ ਦੇ ਕਲਾਮ ਦੀਆਂ ਗੱਲਾਂ ਨੂੰ ਭੁੱਲ ਜਾਂਦੇ ਹਾਂ, ਖੁਦਾ ਦੇ ਪਾਕ ਕਲਾਮ ਦੇ ਉੱਤੇ ਧਿਆਨ ਲਾਣਾ ਛੱਡ ਦਿੰਦੇ ਹਾਂ, ਅਸੀਂ ਉਹਦੇ 'ਤੇ ਗੌਰ ਨਹੀਂ ਕਰਦੇ ਤੇ ਫਿਰ ਅਸੀਂ ਦੂਰ ਚਲੇ ਜਾਂਦੇ ਹਾਂ। ਲਿਖਿਆ ਬਹਿ ਕੇ ਕਿਤੇ ਦੂਰ ਨਾ ਚਲੇ ਜਾਣ, ਬਹਿ ਕੇ ਕਿਤੇ ਦੂਰ ਨਾ ਚਲੇ ਜਾਣਾ। ਠੀਕ ਹੈ, ਇਹ ਬੜਾ ਜ਼ਰੂਰੀ ਹੈ ਕਿ ਅਸੀਂ ਧਿਆਨ ਲਾਈਏ ਕਿ ਅਸੀਂ ਖੁਦਾ ਦੇ ਕਲਾਮ ਦੇ ਨਾਲ ਨਾਲ ਹੀ ਰਹਿਣਾ, ਤਾਂ ਹੀ ਸਾਡੀ ਸੇਫਟੀ ਹੈ, ਅਦਰਵਾਈਜ਼ ਸਾਡੀ ਸੇਫਟੀ ਨਹੀਂ ਹੈ। ਅਗਰ ਅਸੀਂ ਖੁਦਾ ਦੇ ਕਲਾਮ ਤੋਂ ਦੂਰ ਚਲੇ ਜਾਵਾਂਗੇ ਤਾਂ ਫਿਰ ਅਸੀਂ ਇਨਸਿਕਿਉਰ ਹਾਂ, ਅਸੀਂ ਸਿਕਿਉਰਿਟੀ 'ਚ ਨਹੀਂ ਹਾਂ। ਖੁਦਾ ਦਾ ਕਲਾਮ ਸਾਨੂੰ ਪ੍ਰੋਟੈਕਟ ਕਰਦਾ। ਮੈਂ ਤੁਹਾਨੂੰ ਆਪਣੇ ਬਾਰੇ 'ਚ ਦੱਸਾਂ ਕਿ ਕਦੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਜ਼ਿੰਦਗੀ 'ਚ ਨੈਗੇਟਿਵਿਟੀ ਨਹੀਂ ਆਉਂਦੀ। ਕਿਹੜਾ ਬੰਦਾ ਜਿਹੜਾ ਨੈਗੇਟਿਵ ਨਹੀਂ ਹੁੰਦਾ? ਮੀਆਂ ਬੀਵੀ ਦੀ ਲਾਈਫ 'ਚ ਨੈਗੇਟਿਵਿਟੀ ਆ ਜਾਂਦੀ ਹੈ, ਬੀਵੀ ਤੰਗ ਪੈ ਜਾਂਦੀ ਬੰਦੇ ਤੋਂ, ਬੰਦਾ ਬੀਵੀ ਤੋਂ ਤੰਗ ਪੈ ਜਾਂਦਾ, ਲੇਕਿਨ ਕਿਆ ਇਹਦਾ ਮਕਸਦ ਹੈ ਕਿ ਉਹ ਦੋਵੇਂ ਇੱਕ ਦੂਸਰੇ ਨੂੰ ਛੱਡ ਦੇਣ? ਇਹ ਥੋੜ੍ਹੀ ਟਾਈਮ ਦਾ ਜਿਹੜਾ ਨਾ ਇੱਕ ਫੇਜ਼ ਹੁੰਦਾ ਜਿਹੜਾ ਆਉਂਦਾ, ਇੱਕ ਦਿਨ ਲਈ, 2 ਦਿਨ ਲਈ ਇਹ ਮਾਯੂਸੀ ਹੈ, ਨਾਉਮੀਦੀ ਛਾਂਦੀ ਹੈ। ਲੇਕਿਨ ਅਗਰ ਅਸੀਂ ਇਹਨੂੰ ਕੈਂਸਲ ਕਰ ਦਈਏ, ਇਹਦੇ ਤੋਂ ਆਪਣੇ ਆਪ ਨੂੰ ਬਚਾ ਲਈਏ ਤਾਂ ਫਿਰ ਗੱਡੀ ਟੁਰ ਪੈਂਦੀ ਅੱਗੇ। ਮੈਂ ਗਲਤ ਕਹਿ ਰਿਹਾ? ਸਾਰੀ ਉਮਰ ਦੀ ਕਹਾਣੀ ਨਹੀਂ ਹੁੰਦੀ, ਚੰਦ ਲਮਹਾਤ ਦੀ ਗੱਲ ਹੈ। ਅਗਰ ਅਸੀਂ 1 ਦਿਨ 2 ਦਿਨ ਵੀ ਅਸੀਂ ਆਪਣੀ ਮਰਜ਼ੀ ਨਾਲ ਅੱਗੇ ਲੈ ਕੇ ਜਾਂਦੇ ਹਾਂ, ਇਹ ਬਹੁਤ ਛੋਟਾ ਟਾਈਮ ਹੁੰਦਾ। ਕਲਾਮ 'ਚ ਲਿਖਿਆ ਕਿ ਵੀ ਤੁਹਾਡੀ ਖਫਗੀ ਜਿਹੜੀ ਹੈ ਉਹ ਸ਼ਾਮ ਤੱਕ ਨਾ ਰਹੇ। ਕਲਾਮ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਅਗਲੇ ਦਿਨ ਤੱਕ ਕਿਸੇ ਨਾਲ ਨਾਰਾਜ਼ ਰਹੀਏ। ਕਲਾਮ ਇਹ ਕਹਿੰਦਾ ਕਿ ਵੀ ਤੁਸੀਂ ਉਸੇ ਦਿਨ ਹੀ ਆਪਣਾ ਨਿਬੇੜੋ ਔਰ ਕਹਾਣੀ ਨੂੰ ਖਤਮ ਕਰੋ ਤੇ ਅੱਗੇ ਟੁਰੋ। ਮੀਆਂ ਬੀਵੀ ਨੇ ਚਰਚ ਦੇ ਵਿੱਚ ਅਹਿਦ ਕੀਤਾ ਹੁੰਦਾ ਕਿ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਔਰ ਅਸੀਂ ਇੱਕ ਦੂਜੇ ਦੇ ਨਾਲ ਨਿਭਾ ਕਰਨਾ, ਅੱਛੇ ਵੇਲੇ 'ਚ, ਬੁਰੇ ਵੇਲੇ 'ਚ, ਖੁਸ਼ੀ 'ਚ, ਗਮ 'ਚ ਅਸੀਂ ਇੱਕ ਦੂਜੇ ਦੇ ਨਾਲ ਖਲੋਵਾਂਗੇ। ਠੀਕ ਹੈ ਨਾ, ਲੇਕਿਨ ਜਦੋਂ ਇਹ ਗੱਲਾਂ ਸਾਨੂੰ ਭੁੱਲ ਜਾਂਦੀਆਂ ਨੇ, ਅਸੀਂ ਖੁਦਾ ਦੇ ਕਲਾਮ ਤੋਂ, ਉਸ ਅਹਿਦ ਤੋਂ ਪਿੱਛੇ ਹਟ ਜਾਂਦੇ ਹਾਂ ਤੇ ਫਿਰ ਅਸੀਂ ਜਿਹੜਾ ਨਾ ਇੱਕ ਦੂਸਰੇ ਨੂੰ ਛੱਡਣ ਦੀਆਂ ਗੱਲਾਂ ਕਰਨੇ ਆ, ਫਿਰ ਅਸੀਂ ਇੱਕ ਦੂਸਰੇ ਨੂੰ ਮਾਰਨ ਦੀਆਂ ਗੱਲਾਂ ਕਰਨੇ ਆ, ਫਿਰ ਅਸੀਂ ਸਖਤ ਜੁਮਲੇ ਜਿਹੜਾ ਨਾ ਉਹ ਇਸਤੇਮਾਲ ਕਰਨੇ ਆ, ਜਦ ਕਿ ਸਾਨੂੰ ਪਤਾ ਹੁੰਦਾ ਕਿ ਅਸੀਂ ਗਲਤ ਕਹਿ ਰਹੇ ਹਾਂ ਔਰ ਇੰਝ ਅਸੀਂ ਕਰਨਾ ਵੀ ਨਹੀਂ। ਲੇਕਿਨ ਕੀ ਹੈ ਕਿ ਅਸੀਂ ਗੁੱਸੇ ਦੇ ਵਿੱਚ ਉਹ ਚੀਜ਼ਾਂ ਬੋਲਨੇ ਆ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ 'ਤੇ ਧਿਆਨ ਲਾਈਏ। ਔਰ ਮੈਂ ਵੀ ਆਪਣੀ ਜ਼ਿੰਦਗੀ 'ਚ ਜਦੋਂ ਸ਼ਾਦੀ ਤੋਂ ਪਹਿਲੇ ਵੀ, ਮਾਂ ਬਾਪ ਦੇ ਮਰਨ ਦੇ ਬਾਅਦ ਮੇਰੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਹਾਲਾਤ ਸਨ ਔਰ ਮੁਸ਼ਕਿਲ ਵੇਲਾ ਸੀ, ਔਰ ਇੰਨਾ ਹੀ ਰੇਲਵੇ ਲਾਈਨਾਂ ਦੇ ਉੱਤੇ ਮੈਂ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਠੀਕ ਹੈ ਨਾ, ਮੈਂ ਬਹੁਤ ਨੈਗੇਟਿਵ ਸਾਂ ਕਿਉਂਕਿ ਮੇਰੇ ਮਾਂ ਪਿਓ ਮਰ ਚੁੱਕੇ ਸਨ ਤੇ ਗੁਰਬਤ ਬਹੁਤ ਸੀ, ਰੋਟੀ ਨਹੀਂ ਸੀ ਖਾਣ ਲਈ, ਪਰੇਸ਼ਾਨੀ ਸੀ, ਬਿਮਾਰੀ ਸੀ, ਤੇ ਮੈਂ ਸੋਚਿਆ ਕਿ ਮੈਂ ਆਪਣੇ ਆਪ ਨੂੰ ਮਾਰ ਦੇਵਾਂ, ਮੈਂ ਆਪਣੇ ਆਪ ਨੂੰ ਖਤਮ ਕਰ ਦਾਂ। ਲੇਕਿਨ ਸੋਚਣ ਵਾਲੀ ਗੱਲ ਹੈ ਵੇ, ਅਗਰ ਮੈਂ ਉਸ ਦਿਨ ਟ੍ਰੇਨ ਥੱਲੇ ਆ ਜਾਂਦਾ ਤੇ ਕਿੰਨੇ ਲੱਖ ਲੋਕ ਨੇ ਅੱਜ ਜਿਹੜੇ ਮੇਰੇ ਵਸੀਲੇ ਨਾਲ ਬਰਕਤ ਪਾ ਰਹੇ ਨੇ। ਬਹੁਤ ਸੇ ਲੋਕ ਐਸੇ ਨੇ ਜਿਹੜੇ ਮੇਰੇ ਵਸੀਲੇ ਨਾਲ ਖੁਦਾਵੰਦ ਕੋਲ ਆਏ ਨੇ। ਮੈਨੂੰ ਖੁਦਾ ਨੇ ਇੱਕ ਬਰਤਨ ਬਣਾ ਕੇ, ਇੱਕ ਵਸੀਲਾ ਬਣਾ ਕੇ ਇਸਤੇਮਾਲ ਕੀਤਾ। ਅਗਰ ਮੈਂ ਉਸ ਦਿਨ ਮਰ ਜਾਂਦਾ ਤੇ ਕਿਆ ਉਹ ਲੋਕ ਬਚ ਪਾਉਂਦੇ? ਖੁਦਾ ਨੂੰ ਪਤਾ ਸੀ ਕਿ ਅੱਗੇ ਇਸ ਬੰਦੇ ਨੂੰ ਮੈਂ ਕਿਸ ਤਰ੍ਹਾਂ ਯੂਜ਼ ਕਰਨਾ। ਖੁਦਾ ਨੇ ਨਹੀਂ ਮੈਨੂੰ ਮਰਨ ਦਿੱਤਾ। ਖੁਦਾ ਨਹੀਂ ਚਾਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਬਾਰੇ 'ਚ ਇਸ ਤਰ੍ਹਾਂ ਸੋਚੀਏ, ਬਲਕਿ ਖੁਦਾ ਚਾਹੁੰਦਾ ਕਿ ਅਸੀਂ ਉਹਦੇ ਕੋਲ ਆਈਏ। ਔਰ ਲਿਖਿਆ ਇਸ ਲਈ ਜਿਹੜੀਆਂ ਗੱਲਾਂ ਅਸੀਂ ਸੁਣੀਆਂ ਉਹਨਾਂ 'ਤੇ ਹੋਰ ਵੀ ਦਿਲ ਲਾ ਕੇ ਗੌਰ ਕਰਨਾ ਚਾਹੀਦਾ।
ठीक है ना, ताकि ਅਸੀਂ ਬਹਿ ਕੇ ਦੂਰ ਨਾ ਚਲੇ ਜਾਈਏ ਕਿਤੇ। ਇਹ ਇੱਕ ਸਿੱਧਾ ਜਿਹਾ ਮਾਮਲਾ ਹੈ, ਇਹ ਕੋਈ ਐਡਾ ਔਖਾ ਕੰਮ ਨਹੀਂ। ਔਰ ਇਹਨੂੰ ਸਮਝਣਾ, ਇਸ ਆਇਤ ਨੂੰ ਸਮਝਣਾ ਕੋਈ ਐਡਾ ਔਖਾ ਕੰਮ ਨਹੀਂ ਹੈ। ਇਹ ਬੜੀ ਸਿੱਧੀ ਜੀ ਆਇਤ ਹੈ ਕਿ ਜਿਹੜੀਆਂ ਗੱਲਾਂ ਅਸੀਂ ਸੁਣੀਆਂ ਨੇ, ਅਸੀਂ ਸੋਚਦੇ ਯਾਰ ਅਸੀਂ ਤੇ ਕਲਾਮ ਸੁਣਿਆ ਹੋਇਆ, ਬਸ ਠੀਕ ਹੈ ਯਾਰ, ਕੱਲ ਵੀ ਸੰਡੇ ਨੂੰ ਵੀ ਸੁਣਿਆ ਸੀ ਕਲਾਮ, ਇਬਾਦਤ 'ਚ ਅਸੀਂ ਗਏ ਸਾਂ, ਇਤਵਾਰ ਦਾ ਚਰਚ ਅਸੀਂ ਅਟੈਂਡ ਕੀਤਾ, ਬਸ ਠੀਕ ਹੈ, ਹੁਣ ਪੂਰਾ ਹਫਤਾ ਅਸੀਂ ਜੀ ਹਾਂ। ਕਲਾਮ ਉਹੀ ਹੈ, ਗੱਲਾਂ ਉਹੀ ਨੇ, ਲੇਕਿਨ ਬਾਰ-ਬਾਰ ਉਹਨਾਂ ਦੀ ਦੁਹਰਾਈ ਹੁੰਦੀ ਹੈ ਮੁਖਤਲਿਫ ਤਰੀਕਿਆਂ ਨਾਲ, ਤਾਂ ਕਿ ਉਹ ਜਿਹੜਾ ਮੈਸੇਜ ਹੈ, ਬੁਨਿਆਦੀ ਮੈਸੇਜ, ਉਹ ਸਾਡੇ ਜ਼ਿਹਨਾਂ 'ਚ ਕਿਤੇ ਛਪ ਜਾਏ। ਜਿਵੇਂ ਚੀਜ਼ ਕੋਈ ਨਕਸ਼ ਹੋ ਜਾਂਦੀ ਹੈ ਔਰ ਉਹ ਸਾਡੇ ਜ਼ਿਹਨਾਂ 'ਚ ਮਹਿਫੂਜ਼ ਰਹੇ ਔਰ ਅਸੀਂ ਉਹਨੂੰ ਭੁੱਲ ਨਾ ਜਾਈਏ ਕਿਤੇ। ਜਿਸ ਵੇਲੇ ਅਸੀਂ ਈਜ਼ੀ ਹੋ ਜਾਂਦੇ ਹਾਂ, ਯਾਦ ਰੱਖੋ ਮਸੀਹ ਜ਼ਿੰਦਗੀ ਈਜ਼ੀ ਹੋਣ ਦਾ ਨਾਂ ਨਹੀਂ। ਤੁਸੀਂ ਬਾਰਾਸਿੰਗੇ ਦੀ ਕਹਾਣੀ ਸੁਣੀ ਹੈ, ਬਹੁਤ ਪੁਰਾਣੀ ਕਹਾਣੀ ਹੈ। ਇੱਕ ਜੰਗਲ ਦੇ ਵਿੱਚ ਇੱਕ ਬਾਰਾਸਿੰਗਾ ਰਹਿੰਦਾ ਸੀ ਔਰ ਉਹ ਬਾਰਾਸਿੰਗਾ ਜਿਹੜਾ ਸੀ ਉਹ ਆਪਣੇ ਨਾ ਸਿੰਘਾਂ ਤੇ ਬੜਾ ਨਾਸ ਕਰਦਾ ਸੀ, ਬੜਾ ਨਾਸ ਕਰਦਾ ਸੀ ਆਪਣੇ ਸਿੰਘਾਂ ਤੇ। ਉਹਨੇ ਕਿਹਾ ਕਿ ਜੀ ਬਹੁਤ ਖੂਬਸੂਰਤ ਨੇ ਮੇਰੇ ਸਿੰਘ, ਲੇਕਿਨ ਆਪਣੀਆਂ ਲੱਤਾਂ ਨੂੰ ਜਿਹੜਾ ਨਾ ਅੱਛਾ ਨਹੀਂ ਸੀ ਸਮਝਦਾ। ਕਹਿੰਦਾ ਸੀ ਮੇਰੀਆਂ ਲੱਤਾਂ ਸੁੱਕੀਆਂ ਸੁੱਕੀਆਂ ਨੇ, ਇਹਨਾਂ ਦੀ ਕੋਈ ਖੂਬਸੂਰਤੀ ਨਹੀਂ, ਕੋਈ ਬਿਊਟੀ ਨਹੀਂ। ਇਹ ਮੇਰੀਆਂ ਸਿੰਘ ਐਡੇ ਖੂਬਸੂਰਤ, ਖੁਦਾ ਨੇ ਮੇਰੇ ਸਿੰਘ ਐਡੇ ਖੂਬਸੂਰਤ ਬਣਾਏ ਨੇ, ਤੇ ਖੁਦਾ ਨੇ ਇਹ ਕੀ ਕੀਤਾ, ਮੇਰੀਆਂ ਲੱਤਾਂ ਕਿੰਨੀਆਂ ਬਣਾਈਆਂ। ਤੇ ਉਹ ਨਦੀ ਤੋਂ ਪਾਣੀ ਪੀ ਰਿਹਾ ਸੀ ਤੇ ਉਹਨੂੰ ਆਵਾਜ਼ ਆਈ ਕਿ ਮੇਰੇ ਪਿੱਛੇ ਨਾ ਜੰਗਲੀ ਕੁੱਤੇ ਆ ਗਏ ਨੇ। ਉਹਨੇ ਪਿੱਛੇ ਮੁੜ ਕੇ ਦੇਖਿਆ ਤੇ ਉਹਨੇ ਦੁੜਕ ਲਾਈ। ਉਹ ਦੌੜਿਆ ਦੌੜਿਆ ਦੌੜਿਆ, ਇੰਨੀ ਦੂਰ ਨਿਕਲ ਗਿਆ ਕਿ ਉਹ ਜਿਹੜੀ ਕੁੱਤਿਆਂ ਦੀ ਸੀ ਨਾ ਬਾਉਂਡਰੀ, ਉਹਨਾਂ ਤੋਂ ਬਾਹਰ ਨਿਕਲ ਗਿਆ। ਤੇ ਕਿਵੇਂ ਨਿਕਲ ਗਿਆ? ਲੱਤਾਂ ਨਾਲ, ਜਿਨ੍ਹਾਂ ਨੂੰ ਉਹ ਬੁਰਾ ਸਮਝ ਰਿਹਾ ਸੀ। ਸਿੰਘ ਤੇ ਉਹਦਾ ਕੁਝ ਨਹੀਂ ਕਰ ਸਕੇ, ਸਿੰਘ ਨਹੀਂ ਉਹਨੂੰ। ਅੱਛਾ, ਅੱਗੇ ਜਾ ਕੇ ਉਹ ਜਦੋਂ ਫਖਰ ਕਰ ਰਿਹਾ ਸੀ ਕਿ ਦੇਖੋ ਜੀ ਮੈਂ ਬਚ ਗਿਆ ਵਾਂ, ਉਹਦੇ ਸਿੰਘ ਫਸ ਗਏ ਉੱਤੇ ਦਰਖਤ ਦੇ ਵਿੱਚ ਨਾ, ਕਿਤੇ ਸਿੰਘ ਫਸ ਗਏ। ਤੇ ਉਹ ਹੁਣ ਉਹ ਜਿੰਨਾ ਛੁਡਾਏ ਓਨਾ ਹੀ ਫਸੇ। ਤੇ ਥੋੜੀ ਦੇਰ ਦੇ ਬਾਅਦ ਜਿਹੜਾ ਕੁੱਤੇ ਉਹਦੇ ਮਗਰ ਆ ਗਏ ਔਰ ਉਹਨਾਂ ਨੇ ਫਿਰ ਉਹਨੂੰ ਮਾਰ ਦਿੱਤਾ। ਇਹ ਚੀਜ਼ ਬੜੀ ਅਜੀਬ ਹੈ। ਅਸੀਂ ਕਈ ਦਫਾ ਸੋਚਦੇ ਕਿ ਅਸੀਂ ਬੜੇ ਦੂਰ ਨਿਕਲ ਆਏ ਹਾਂ, ਹੁਣ ਅਸੀਂ ਸੈੱਟ ਹਾਂ, ਲੇਕਿਨ ਸ਼ੈਤਾਨ ਸਾਨੂੰ ਛੱਡਦਾ ਨਹੀਂ। ਸ਼ੈਤਾਨ ਸਾਡੇ ਮਗਰ ਮਗਰ ਲੱਗਾ ਰਹਿੰਦਾ। ਇੱਕ ਖਾਦਮ ਦੇ ਬਾਰੇ 'ਚ ਮੈਂ ਤੁਹਾਨੂੰ ਦੱਸਾਂ, ਉਹ ਹਰ ਰੋਜ਼ ਉੱਠ ਕੇ ਨਾ ਦੁਆ ਕਰਦਾ ਸੀ ਔਰ ਬਹੁਤ ਲੰਬੇ ਟਾਈਮ ਲਈ ਉਹ ਖੁਦਾ ਦੇ ਹਜ਼ੂਰ 'ਚ ਬੈਠਦਾ ਸੀ। ਸਵੇਰੇ ਅਰਲੀ ਉੱਠ ਜਾਂਦਾ ਸੀ। ਇੱਕ ਦਿਨ ਉਹ ਕਹਿੰਦਾ ਕਿ ਮੈਨੂੰ 20 ਸਾਲ ਹੋ ਗਏ ਨੇ ਇਹ ਕੰਮ ਕਰਦੇ ਹੋਏ, 20 ਸਾਲ ਮੈਨੂੰ ਹੋ ਗਏ ਨੇ ਡੇਲੀ ਦੁਆ ਕਰਦੇ ਹੋਏ, ਤੇ ਸ਼ੈਤਾਨ ਤੇ ਬਹੁਤ ਦੂਰ ਹੈ ਹੁਣ ਮੇਰੇ ਤੋਂ। ਔਰ ਇੱਕ ਦਿਨ ਉਹ ਕਿਤੇ ਰਾਤੀ ਲੇਟ ਸੁੱਤਾ ਤੇ ਸਵੇਰੇ ਉਹਨੇ ਸੁਸਤੀ ਦਾ ਮੁਜ਼ਾਹਰਾ ਕੀਤਾ। ਉਹ ਸੁੱਤਾ ਰਿਹਾ ਰਜ਼ਾਈ 'ਚ। ਉਹਨੇ ਕਿਹਾ ਚਲੋ ਅੱਜ ਦੀ ਛੁੱਟੀ ਸਹੀ। ਤੇ ਜਦੋਂ ਉਹਨੇ ਛੁੱਟੀ ਮਾਰਨ ਦਾ ਸੋਚਿਆ ਤੇ ਉਹਨੂੰ ਨਾ ਕੰਨਾਂ ਦੇ ਵਿੱਚ ਆਵਾਜ਼ ਆਈ ਰੱਥਾਂ ਦੀ ਤੇ ਘੋੜਿਆਂ ਦੀ। ਤੇ ਉਹ ਡਰ ਕੇ ਉੱਠ ਗਿਆ। ਉਹਨੇ ਕਿਹਾ ਖੁਦਾਵੰਦ, ਇਹ ਆਵਾਜ਼ ਕਿਸ ਚੀਜ਼ ਦੀ? ਉਹਨੇ ਕਿਹਾ ਪੁੱਤਰ, ਇਹ ਉਹ ਰੱਥ ਨੇ ਜਿਹੜੇ ਤੇਰੇ ਪਿੱਛੇ ਸ਼ੈਤਾਨ ਨੇ ਲਾਏ ਨੇ, ਤੂੰ ਕੀ ਸਮਝਣਾ ਕਿ ਉਹ ਬੜਾ ਪਿੱਛੇ ਰਹਿ ਗਿਆ? ਅਸੀਂ ਕਈ ਦਫਾ ਗਲਤਫਹਿਮੀ ਦਾ ਸ਼ਿਕਾਰ ਹੋ ਜਾਂਦੇ ਹਾਂ ਔਰ ਅਸੀਂ ਸੋਚਦੇ ਹਾਂ ਕਿ ਜੀ ਸਾਡਾ ਸ਼ਾਇਦ ਇਤਵਾਰ ਨੂੰ ਚਰਚ ਜਾਣਾ ਹੀ ਬੜਾ ਸ਼ੈਤਾਨ ਦੇ ਉੱਤੇ ਭਾਰੀ ਵਾਰ ਹੈ। ਇਸ ਤਰ੍ਹਾਂ ਨਹੀਂ ਹੈ। ਖੁਦਾਵੰਦ ਯਿਸੂ ਮਸੀਹ ਦੇ ਤਾਲੁਕ ਨਾਲ ਲਿਖਿਆ ਕਿ ਉਹ ਕੁਛ ਦੇਰ ਲਈ ਯਿਸੂ ਤੋਂ ਅਲੱਗ ਹੋਇਆ। ਯਿਸੂ ਤੋਂ ਇਸ ਜ਼ਮੀਨ ਦੇ ਉੱਤੇ ਜਦੋਂ ਕ੍ਰਾਈਸਟ ਨੇ ਜ਼ਿੰਦਗੀ ਗੁਜ਼ਾਰੀ ਹੈ ਤੇ ਖੁਦਾਵੰਦ ਯਿਸੂ ਮਸੀਹ ਦੀ ਖਿਦਮਤ ਦੇ ਦੌਰਾਨ ਉਹ ਯਿਸੂ ਮਸੀਹ ਦੇ ਨਾਲ ਰਿਹਾ, ਉਹਨੂੰ ਟਰੈਪ ਕਰਦਾ ਰਿਹਾ, ਕਦੀ ਫੱਕੀ ਫਰੀਸੀਆਂ ਦੇ ਵਿੱਚੋਂ ਦੀ ਹੋ ਕੇ, ਕਦੀ ਸ਼ਰਾ ਦੇ ਆਲਮਾਂ ਦੇ ਵਿੱਚੋਂ ਹੋ ਕੇ, ਕਦੀ ਹਾਕਮਾਂ ਦੇ, ਕਦੀ ਲੋਕਾਂ ਦੇ, ਉਹ ਉਹਨਾਂ ਦੇ ਵਿੱਚੋਂ ਹੋ ਕੇ ਕੰਮ ਕਰਦਾ ਰਿਹਾ। ਔਰ ਜਿਹੜੀ ਪੈਸ਼ਨ ਆਫ ਕ੍ਰਾਈਸਟ ਮੂਵੀ ਹੈ ਉਹਦੇ 'ਚ ਉਹਨੇ ਇਸ ਮੰਜ਼ਰ ਨੂੰ ਬੜਾ ਖੂਬਸੂਰਤ ਫਿਲਮਾਇਆ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਕਲਾਮ ਸੁਣਾ ਰਹੇ ਹੁੰਦੇ ਨੇ ਤੇ ਉਹਨੇ ਸ਼ੈਤਾਨ ਨੂੰ ਦਿਖਾਇਆ ਕਿ ਉਹ ਹੁੱਡ ਪਾ ਕੇ ਲੋਕਾਂ ਦੇ ਵਿੱਚ ਫਿਰ ਰਿਹਾ ਔਰ ਉਹ ਯਿਸੂ ਨੂੰ ਦੇਖ ਰਿਹਾ। ਦਿਖਾਣਾ ਉਹ ਕੀ ਚਾਹੁੰਦਾ ਸੀ ਕਿ ਸ਼ੈਤਾਨ ਕ੍ਰਾਈਸਟ ਦੇ ਆਜੂ ਬਾਜੂ ਰਿਹਾ, ਅੱਗੇ ਪਿੱਛੇ ਰਿਹਾ, ਕਿ ਉਹਨੂੰ ਕਿਸੇ ਤਰੀਕੇ ਨਾਲ ਮੈਂ ਡੇਗਾਂ, ਉਹਦੇ ਲਈ ਮੁਸ਼ਕਿਲ ਖੜੀ ਕਰਾਂ। ਜਿਸ ਮਿਸ਼ਨ ਲਈ ਆਇਆ ਉਸ ਮਿਸ਼ਨ ਨੂੰ ਮੈਂ ਖਰਾਬ ਕਰਾਂ, ਲੇਕਿਨ ਉਸ ਮਿਸ਼ਨ ਨੂੰ ਖਰਾਬ ਨਹੀਂ ਕਰ ਸਕਿਆ। ਇਸ ਲਈ ਸਾਨੂੰ ਇਹ ਚਾਹੀਦਾ ਕਿ ਅਸੀਂ ਵੀ ਬਿਲਕੁਲ ਐਸੇ ਤਰ੍ਹਾਂ ਕ੍ਰਾਈਸਟ ਦੇ ਪੈਟਰਨ ਨੂੰ ਅਪਣਾਈਏ। ਯਿਸੂ ਮਸੀਹ ਨੇ ਕਿਹਾ ਕਿ ਇਹ ਸ਼ੈਤਾਨ ਤੋਂ ਦੂਰ ਹੋ। ਯਿਸੂ ਮਸੀਹ ਦੇ ਨਾਲ ਮੁਕਾਲਵਾ ਵੀ ਕੀਤਾ ਉਹਨੇ, ਯਿਸੂ ਮਸੀਹ ਨਾਲ ਮੁਕਾਲਮਾ ਕੀਤਾ ਸ਼ੈਤਾਨ ਨੇ। ਤੇ ਜਦ ਉਹ ਐਨੀ ਅੱਗੇ ਵੱਧ ਸਕਦਾ ਤੇ ਮੇਰੇ ਲਈ, ਤੁਹਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਖੁਦਾ ਦੀ ਜ਼ੋਰੀ 'ਚ ਰਹੀਏ। ਸਾਨੂੰ ਅਗਰ ਮੌਕਾ ਮਿਲ ਰਿਹਾ, ਹੁਣੇ ਬਾਜੀ ਨੇ ਦੁਆ ਕੀਤੀ ਹੈ, ਬਾਜੀ ਰੁਬੀਨਾ ਨੇ, ਕਿ ਜੀ ਸੰਡੇ ਨੂੰ ਇੱਥੇ ਐਲਾਨ ਕੀਤਾ ਜਾਂਦਾ ਕਿ ਕੱਲ ਸ਼ਾਮ ਪ੍ਰੇਅਰ ਮੀਟਿੰਗ ਹੋਏਗੀ, ਤੁਸੀਂ ਆਉਣਾ, ਲੇਕਿਨ ਲੋਕ ਨਹੀਂ ਆਉਂਦੇ। ਸਭ ਕੋਲ ਕੋਈ ਨਾ ਕੋਈ ਬਹਾਨਾ ਹੈ, ਕੋਈ ਨਾ ਕੋਈ ਉਜ਼ਰ ਹੈਗਾ ਜੀ। ਉਹ ਮੈਂ ਜੀ ਥੱਕਿਆ ਹੋਇਆ ਸਾਂ ਜੀ, ਉਹ ਜੀ ਮੈਨੂੰ ਠੰਡ ਬੜੀ ਲੱਗ ਰਹੀ ਸੀ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਉੱਥੋਂ ਸਾਬਤ ਕੀ ਹੁੰਦਾ ਹੈ ਕਿ ਸਾਡੇ ਲਈ ਇਹ ਕਾਮ ਜੀ ਚੀਜ਼ ਹੈ। ਲੇਕਿਨ ਲਿਖਿਆ ਕਿ ਇਸ ਲਈ ਜਿਹੜੀਆਂ ਗੱਲਾਂ ਤੁਸੀਂ ਸੁਣੀਆਂ ਨੇ ਉਹਨਾਂ ਤੇ ਹੋਰ ਵੀ ਧਿਆਨ ਲਾ ਕੇ ਗੌਰ ਕਰਨਾ ਚਾਹੀਦਾ, ਤਾਂ ਕਿ ਬਹਿ ਕੇ ਉਹਨਾਂ ਤੋਂ ਦੂਰ ਨਾ ਚਲੇ ਜਾਈਏ। ਅਸੀਂ ਕਿੰਨਾ ਕੁ ਗੌਰ ਕਰਨੇ ਆ ਖੁਦਾ ਦੇ ਕਲਾਮ ਤੇ, ਕਿੰਨਾ ਅਸੀਂ ਧਿਆਨ ਲਾਉਂਦੇ ਆ ਖੁਦਾ ਦੇ ਕਲਾਮ ਤੇ, ਕਿ ਖੁਦਾ ਦੇ ਕਲਾਮ ਦੀਆਂ ਸੱਚਾਈਆਂ ਜਿਹੜੀਆਂ ਨੇ ਉਹ ਸਾਨੂੰ ਯਾਦ ਰਹਿਣ, ਉਹ ਸਾਨੂੰ ਭੁੱਲ ਨਾ ਜਾਣ। ਅਸੀਂ ਗੀਤ ਗਾਉਂਦੇ ਆ, ਘੂਰੇ ਸੇ ਉਠਾਇਆ ਮੁਝਕੋ ਯਸੂ ਨੇ ਪਾਪੋਂ ਸੇ ਛੁਡਾਇਆ ਮੁਝਕੋ। ਇਹ ਬਹੁਤ ਵੱਡੀ ਗੱਲ ਹੈ। ਅਸੀਂ ਐਸੇ ਲੋਕ ਸਾਂ ਜਿਹੜੇ ਨਫ਼ਰਤ ਅੰਗੇਜ਼ ਸਾਂ, ਗੁਨਾਹ ਦੀ ਕੀਚੜ ਦੇ ਵਿੱਚ ਅਸੀਂ ਲੱਥਪੱਥ ਸਾਂ, ਲੇਕਿਨ ਉਹਨੇ ਸਾਨੂੰ ਨਾ ਸਿਰਫ ਉਹਦੇ ਚੋਂ ਕੱਢਿਆ, ਸਾਨੂੰ ਸਾਫ਼ ਕੀਤਾ, ਬਲਕਿ ਸਾਨੂੰ ਰਾਸਤਬਾਜ਼ੀ ਦਾ ਲਿਬਾਸ ਵੀ ਪਵਾ ਦਿੱਤਾ।
ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਆਪਣੀ ਉਸ ਰਾਸਤਬਾਜ਼ੀ ਨੂੰ ਕਾਇਮ ਰੱਖੀਏ ਔਰ ਅਸੀਂ ਦਲੇਰੀ ਕਰੀਏ। ਅਗਰ ਅਸੀਂ ਖੁਦਾਵੰਦ ਦੇ ਨਾਲ ਆ ਤੇ ਫਿਰ ਕੋਈ ਸਾਡਾ ਮੁਖਾਲਿਫ ਨਹੀਂ, ਫਿਰ ਅਸੀਂ ਹਾਲਾਤ ਤੇ ਗਾਲਬ ਆਵਾਂਗੇ। ਜਦੋਂ ਅਸੀਂ ਖੁਦਾ ਨਾਲ ਆਪਣਾ ਰਿਸ਼ਤਾ ਕਮਜ਼ੋਰ ਕਰਦੇ ਜਾਂਦੇ ਹਾਂ ਨਾ, ਤੇ ਫਿਰ ਸ਼ੈਤਾਨੀ ਸੋਚਾਂ, ਸ਼ੈਤਾਨੀ ਖਿਆਲ, ਨੈਗੇਟਿਵਿਟੀ ਸਾਡੇ ਉੱਤੇ ਗਾਲਿਬ ਆ ਜਾਂਦੀ। ਫਿਰ ਅਸੀਂ ਉੱਠਦੇ ਬੈਠਦੇ ਨੈਗੇਟਿਵਿਟੀ ਫੈਲਾਉਂਦੇ ਹਾਂ, ਉਹ ਕੁਝ ਨਹੀਂ ਹੈ ਯਾਰ, ਛੱਡੋ ਯਾਰ, ਮਤਲਬ ਮਾਯੂਸੀ ਦੀਆਂ ਗੱਲਾਂ ਸਾਡੇ ਅੰਦਰ ਹੁੰਦੀਆਂ। ਲੇਕਿਨ ਜਿਹੜਾ ਬੰਦਾ ਖੁਦਾ ਨਾਲ ਕਨੈਕਟਿਡ ਹੈ, ਉਹਦੀ ਜੇਬ 'ਚ ਭਾਵੇਂ ਕੁਝ ਵੀ ਨਾ ਹੋਏ, ਲੇਕਿਨ ਉਹਦੀਆਂ ਗੱਲਾਂ ਐਸੀਆਂ ਹੁੰਦੀਆਂ ਨੇ ਕਿ ਦੂਸਰੇ ਨੂੰ ਖੁਸ਼ ਕਰ ਦਿੰਦੀਆਂ। ਉਹ ਅਮੀਰ ਹੁੰਦਾ ਕਿਉਂਕਿ ਉਹਦੇ ਕੋਲ ਉਹ ਖੁਸ਼ੀ ਹੈ ਜਿਹੜੀ ਇੱਕ ਆਮ ਆਦਮੀ ਕੋਲ ਨਹੀਂ। ਤੇ ਸਾਡਾ ਮਸਲਾ ਸਿਰਫ ਇੰਨਾ ਜਿਹਾ ਕਿ ਅਸੀਂ ਖੁਦਾ ਤੋਂ ਦੂਰੀ ਦਾ ਸ਼ਿਕਾਰ ਹਾਂ। ਇਸ ਲਈ ਸਾਡੀ ਜ਼ਿੰਦਗੀ ਬੇਮਕਸਦ ਹੈ, ਉਹਦਾ ਕੋਈ ਮਕਸਦ ਨਹੀਂ। ਅਸੀਂ ਇੱਕ ਬਾਮਕਸਦ ਜ਼ਿੰਦਗੀ ਗੁਜ਼ਾਰਨੀ ਹੈ ਇੱਥੇ, ਤਾਂ ਕਿ ਖੁਦਾ ਦਾ ਜਲਾਲ ਅਸੀਂ ਆਪਣੀ ਜ਼ਿੰਦਗੀ ਤੋਂ ਜ਼ਾਹਿਰ ਕਰੀਏ ਔਰ ਖੁਦਾ ਦੇ ਕੁਦਰਤ ਵਾਲੇ ਕੰਮ ਨਾ ਸਿਰਫ ਆਪ ਦੇਖੀਏ ਬਲਕਿ ਦੂਜਿਆਂ ਨੂੰ ਵੀ ਉਹਨਾਂ ਲਈ ਤਿਆਰ ਕਰੀਏ ਕਿ ਤੁਸੀਂ ਵੀ ਖੁਦਾ ਦੇ ਜਲਾਲੀ ਕੰਮ ਜਿਹੜੇ ਨੇ ਉਹ ਆਪਣੀ ਜ਼ਿੰਦਗੀ 'ਚ ਦੇਖ ਸਕਦੇ ਹੋ। ਕਿਉਂਕਿ ਖੁਦਾ ਕਿਸੇ ਦਾ ਤਰਫਦਾਰ ਨਹੀਂ ਹੈ, ਖੁਦਾ ਸਾਰਿਆਂ ਨੂੰ ਸਾਂਝੀ ਬਰਕਤ ਦੇਣਾ ਚਾਹੁੰਦਾ। ਇਸ ਤਰ੍ਹਾਂ ਨਹੀਂ ਕਿ ਇੱਕ ਫੈਮਿਲੀ ਲਈ ਖੁਦਾ ਬਰਕਤ ਦਾ ਮਨਸੂਬਾ ਰੱਖਦਾ ਤੇ ਦੂਸਰੇ ਲਈ ਖੁਦਾ ਦਾ ਮਨਸੂਬਾ ਬਰਕਤ ਦਾ ਨਹੀਂ ਹੈ। ਇੱਕ ਬੰਦੇ ਨੂੰ ਖੁਦਾ ਬਲੈਸ ਕਰਨਾ ਚਾਹੁੰਦਾ, ਦੂਜੇ ਨੂੰ ਨਹੀਂ। ਖੁਦਾ ਨੇ ਤੇ ਸਭ ਲਈ ਆਪਣੇ ਬੇਟੇ ਨੂੰ ਕੁਰਬਾਨ ਹੋਣ ਦਿੱਤਾ। ਉਹਦੀ ਕੁਰਬਾਨੀ ਕੋਈ ਇੱਕ ਤਬਕੇ ਲਈ, ਇੱਕ ਕੌਮ ਲਈ ਨਹੀਂ, ਬਲਕਿ ਉਹਦੀ ਕੁਰਬਾਨੀ ਸਾਰੀ ਦੁਨੀਆ ਲਈ ਹੈ। ਤੇ ਜਿਹੜਾ ਕੋਈ ਉਹਦੇ ਤੇ ਈਮਾਨ ਲਾਏਗਾ, ਜਿਹੜਾ ਕੋਈ ਸੱਚੇ ਦਿਲ ਨਾਲ ਉਹਦੇ ਹਜ਼ੂਰ ਚੁੱਕੇਗਾ, ਖੁਦਾ ਉਹਨੂੰ ਬਰਕਤ ਦੇਗਾ। ਆਮੀਨ। ਸੋ ਇਹ ਗੱਲਾਂ ਸਾਡੇ ਲਈ ਬਹੁਤ ਇੰਪੋਰਟੈਂਟ ਨੇ ਕਿ ਅਸੀਂ ਜੋ ਕੁਝ ਸੁਣ ਲੈਂਦੇ ਹਾਂ, ਅਸੀਂ ਉਹਨਾਂ ਤੇ ਧਿਆਨ ਲਾਈਏ, ਅਸੀਂ ਉਹਨਾਂ ਤੇ ਗੌਰ ਕਰੀਏ। ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਨੋਟਸ ਬਣਾਉਣ। ਜਦੋਂ ਬਾਈਬਲ ਪੜ੍ਹਦੇ ਨੇ, ਆਪਣੀ ਇੱਕ ਡਾਇਰੀ ਜਾਂ ਆਪਣੀ ਕਾਪੀ ਨਾਲ ਰੱਖਣ। ਜਦੋਂ ਉਹ ਬਾਈਬਲ ਨੂੰ ਪੜ੍ਹ ਰਹੇ ਹੋਣ, ਕੋਈ ਖਿਆਲ ਐਸਾ ਉਹਨਾਂ ਦੇ ਜ਼ਿਹਨ 'ਚ ਆਏ, ਉਹ ਫੌਰੀ ਤੌਰ 'ਤੇ ਉਹਨਾਂ ਨੂੰ ਨੋਟ ਡਾਊਨ ਕਰਨ, ਉਹਨੂੰ ਲਿਖਣ, ਤਾਂ ਕਿ ਉਹ ਖਿਆਲ ਉਹਨਾਂ ਦੇ ਜ਼ਿਹਨ 'ਚੋਂ ਦੁਬਾਰਾ ਨਿਕਲ ਨਾ ਜਾਏ। ਜਦੋਂ ਕਾਪੀ 'ਤੇ ਲਿਖ ਲਿਆ ਤਾਂ ਮਹਿਫੂਜ਼ ਹੋ ਗਿਆ, ਠੀਕ ਹੈ ਨਾ। ਫਿਰ ਜਦੋਂ ਤੁਸੀਂ ਵਿਹਲੇ ਟਾਈਮ ਕਿਤੇ ਬੈਠੋ, ਫਿਰ ਉਹ ਆਪਣੀ ਕਾਪੀ ਕੱਢੋ, ਉਹਦੇ ਸਫ਼ੇ ਇੱਧਰ ਉੱਧਰ ਪਲਟਾਓ, ਦੇਖੋ ਕਿ ਮੈਂ ਕੀ ਲਿਖਿਆ ਸੀ। ਫਲਾਣੀ ਤਾਰੀਖ 'ਚ ਖੁਦਾ ਨੇ ਮੇਰੇ ਨਾਲ ਕਿਸ ਤਰ੍ਹਾਂ ਗੱਲ ਕੀਤੀ ਸੀ, ਫਲਾਣੀ ਤਾਰੀਖ 'ਚ ਖੁਦਾ ਨੇ ਮੈਨੂੰ ਕੀ ਸਮਝਾਇਆ ਸੀ। ਉਹ ਗੱਲਾਂ ਨੂੰ ਸੋਚੋ, ਉਹਨਾਂ 'ਤੇ ਧਿਆਨ ਲਾਓ ਔਰ ਉਹਨਾਂ ਦੇ ਮੁਤਾਬਿਕ ਦੁਆ ਕਰੋ, ਤੇ ਫਿਰ ਸਾਡਾ ਦਿਲ ਜਿਹੜਾ ਉਹ ਤਸੱਲੀ ਨਾਲ ਭਰਿਆ ਕਰਦਾ। ਲੇਕਿਨ ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਸੁਣਾ ਅਨਸੁਣਾ ਕਰ ਦਿੰਦੇ ਹਾਂ, ਉਹਨੂੰ ਇੱਕ ਆਮ ਰੂਟੀਨ ਦੀ ਚੀਜ਼ ਸਮਝਦੇ ਹਾਂ, ਫਿਰ ਗੱਲ ਨਹੀਂ ਬਣਦੀ। ਸੋ ਮੈਂ ਤੁਹਾਨੂੰ ਇਸ ਚੀਜ਼ ਦੀ ਤਾਲੀਮ ਦੇਣਾ ਚਾਹੁੰਦਾ ਅੱਜ ਕਿ ਜਿਹੜਾ ਕਲਾਮ ਅਸੀਂ ਸੁਣ ਲਿਆ, ਇਹਦੇ 'ਤੇ ਧਿਆਨ ਲਾਉਣ ਦੀ ਜ਼ਰੂਰਤ ਹੈ, ਗੌਰ ਕਰਨ ਦੀ ਜ਼ਰੂਰਤ ਹੈ। ਇੱਕ ਬੱਚਾ ਜਦੋਂ ਕੋਈ ਗੇਮ ਲੈ ਕੇ ਆਉਂਦਾ, ਕੋਈ ਖਿਡੌਣਾ ਲੈ ਕੇ ਆਉਂਦਾ, ਉਹ ਫਿਰ ਉਹਦੇ 'ਤੇ ਧਿਆਨ ਲਾਉਂਦਾ ਕਿ ਹੁਣ ਮੈਂ ਖੇਡਣਾ ਕਿਵੇਂ। ਅਸੀਂ ਕਲਾਮ ਸੁਣ ਕੇ ਜਾਂਦੇ ਹਾਂ, ਜਾਂਦੇ ਜਾਂਦੇ ਹੀ ਭੁੱਲ ਜਾਂਦੇ, ਔਰ ਫਿਰ ਉਹਨੇ ਸਾਡੇ ਕੀ ਰਵੱਈਏ ਦੇ ਉੱਤੇ ਅਸਰ ਪਾਉਣਾ। ਤੁਸੀਂ ਡਾਕਟਰ ਕੋਲ ਦਵਾਈ ਲੈ ਕੇ ਆਓ ਤਾਂ ਦਵਾਈ ਰਸਤੇ 'ਚ ਡਿੱਗ ਜਾਏ, ਦਵਾਈ ਰਸਤੇ 'ਚ ਹੀ ਡਿੱਗ ਜਾਏ ਤੇ ਫਿਰ ਬਣਨਾ ਕੀ ਹੈ? ਬੁਖਾਰ ਹੀ ਰਹਿਣਾ ਬੰਦੇ, ਫਿਰ ਪਰਤ ਕੇ ਵਾਪਸ ਆਏ। ਸਾਡਾ ਇਸ ਤਰ੍ਹਾਂ ਹੈ ਕਿ ਅਸੀਂ ਕਲਾਮ ਸੁਣ ਕੇ ਜਾਂਦੇ ਹਾਂ, ਜਿਹੜੇ ਕਲਾਮ ਨੇ ਸਾਨੂੰ ਬਰਕਤ ਦੇਣੀ ਹੁੰਦੀ ਹੈ, ਬਲੈਸ ਕਰਨਾ ਹੁੰਦਾ ਹੈ, ਜਿਹਨੇ ਸਾਨੂੰ ਤਰੱਕੀ ਦੇਣੀ ਹੁੰਦੀ ਹੈ, ਅਸੀਂ ਉਸ ਕਲਾਮ ਨੂੰ ਭੁੱਲ ਜਾਂਦੇ ਹਾਂ। ਔਰ ਜਿਸ ਟਾਈਮ ਤੇ ਦੁਆ ਦਾ ਟਾਈਮ ਹੁੰਦਾ, ਅਸੀਂ ਕੋਈ ਨਾ ਕੋਈ ਆਲਟਰਨੇਟਿਵ ਕੰਮ ਜਾਣ ਬੁੱਝ ਕੇ ਉਸ ਟਾਈਮ ਤੇ ਫਸਾ ਕੇ ਰੱਖਨੇ। ਮਤਲਬ ਮੈਂ ਆਪਣੀ ਤੁਹਾਨੂੰ 22 ਸਾਲਾ ਖਿਦਮਤ ਦਾ ਨਿਚੋੜ ਦੱਸ ਰਿਹਾ। ਉਹ ਕੰਮ ਸਵੇਰੇ ਵੀ ਹੋ ਸਕਦਾ, ਲੇਕਿਨ ਉਹ ਬੰਦੇ ਨੇ ਸੁਬਾਹ ਨਹੀਂ ਕਰਨਾ, ਉਹਨੇ ਉਹਨੂੰ ਸ਼ਾਮ ਤੱਕ ਲੈ ਜਾਣਾ ਤਾਂ ਕਿ ਦੁਆ ਦੇ ਟਾਈਮ ਤੇ ਮੈਂ ਜਾਵਾਂ ਕਰਨ ਨੂੰ। ਉਹ ਦੁਪਹਿਰੀ ਘਰ ਆਉਂਦਾ, ਉਹ ਕੰਮ ਸੁਬਾਹ ਘਰ ਆਉਂਦਾ, ਉਹ ਨਿਬੇੜ ਦਾ ਆਟਾ ਹੀ ਲਿਆਉਣਾ ਸੀ ਚੱਕੀ ਤੋਂ, ਤੇ ਆਟਾ ਤੂੰ ਬੰਦਿਆ ਦੁਪਹਿਰੀ ਲੈ ਆਇਆ, ਆਟਾ ਤੂੰ ਸੁਬਾਹ ਲੈ ਆਇਆ। ਉਹਨੇ ਆਟਾ ਉਸੇ ਟਾਈਮ ਲੈਣ ਜਾਣਾ ਹੈ, ਉਹ ਮੋਟਰਸਾਈਕਲ ਨੂੰ ਕਿੱਕ ਮਾਰਨੀ ਜਦੋਂ ਇਬਾਦਤ ਪਾਦਰੀਆਂ ਦੇ ਆਉਣ ਦਾ ਟਾਈਮ ਹੋ ਜਾਣਾ। ਉਹਨੇ ਫਿਰ ਆਟਾ ਲੈਣ ਨਿਕਲ ਜਾਣਾ, ਉੱਥੋਂ ਉਹਨੇ ਇੱਧਰ ਉੱਧਰ ਫਿਰਨਾ, ਜਦੋਂ ਦੁਆ ਮੁੱਕਣ ਵਾਲੀ ਹੋਣੀ ਹੈ ਆਟਾ ਲੈ ਕੇ ਉਹਨੇ ਆ ਜਾਣਾ। ਸਲਾਮ ਭਾਈ ਸਾਹਿਬ। ਉਹ ਬੇਟਾ ਤੂੰ ਕਿੱਥੇ ਸੌਂ? ਜੀ ਮੈਂ ਆਟਾ ਲੈਣ ਚਲਾ ਗਿਆ। ਪਿਓਣ ਵਿੱਚੋਂ ਕਚੀਚੀਆਂ ਵੱਟ ਰਿਹਾ ਕਿ ਇਹਨੂੰ ਤਾਂ ਸੁਬਾਹ ਦਾ ਕਿਹਾ ਹੋਇਆ ਸੀ ਤੇ ਦੁਆ ਦੇ ਟਾਈਮ ਤੇ ਨਿਕਲਿਆ। ਔਰ ਬੇਸ਼ੁਮਾਰ ਐਸੇ ਨੌਜਵਾਨ ਨੇ। ਅਸੀਂ ਲੋਕਾਂ ਦੇ ਘਰਾਂ ਜਦੋਂ ਇਬਾਦਤ ਕਰਨ ਜਾਂਦੇ ਹਾਂ, ਮੁਖਤਲਿਫ ਜਗ੍ਹਾ ਤੇ ਜਾਂਦੇ ਹਾਂ, ਤੇ ਸਾਨੂੰ ਇਹੋ ਹੀ ਕੁਝ ਦੇਖਣ ਨੂੰ ਮਿਲਦਾ ਕਿ ਬੱਚੇ ਸੰਜੀਦਾ ਨਹੀਂ ਨੇ ਖੁਦਾ ਦੇ ਨਾਲ। ਉਹ ਇਹਨੂੰ ਇੱਕ ਬਿਲਕੁਲ ਬੇਕਾਰ ਚੀਜ਼ ਸਮਝਦੇ ਨੇ ਕਿ ਵੀ ਦੁਆ ਕਰਨੀ ਕੀ ਹੈ, ਸਾਡੇ ਮਾਂ ਪਿਓ ਕਰ ਰਹੇ ਨੇ ਨਾ, ਬਸ ਠੀਕ ਹੈ, ਅਸੀਂ ਬਾਹਰ ਘੁੰਮੀਏ ਫਿਰੀਏ, ਸੈਰਾਂ ਕਰੀਏ। ਔਰ ਜਦੋਂ ਇਬਾਦਤ ਖਤਮ ਹੋ ਜਾਂਦੀ ਹੈ, ਉਹਨਾਂ ਨੂੰ ਪਤਾ ਹੁੰਦਾ ਪਾਦਰੀ ਚਲੇ ਗਏ ਨੇ, ਫਿਰ ਉਹ ਅੰਦਰ ਆ ਜਾਂਦੇ ਨੇ ਔਰ ਆ ਕੇ ਉਹ ਆਪਣੀ ਮਸਤੀ 'ਚ ਟਾਈਮ ਗੁਜ਼ਾਰਦੇ ਨੇ। ਆਓ ਅਸੀਂ ਆਪਣੀ ਜ਼ਿੰਦਗੀ 'ਤੇ ਗੌਰ ਕਰੀਏ ਕਿ ਜਿਹੜਾ ਕਲਾਮ ਅਸੀਂ ਇੰਨੇ ਸਾਲਾਂ ਤੋਂ ਸੁਣਦੇ ਆਏ ਹਾਂ, ਉਹ ਸਾਡੇ 'ਤੇ ਕਿਉਂ ਨਹੀਂ ਅਸਰ ਕਰ ਰਿਹਾ। ਕਿਆ ਅਸੀਂ ਉਹਦੇ ਨਾਲ ਵਕਤ ਗੁਜ਼ਾਰਿਆ? ਕਿਆ ਅਸੀਂ ਉਹਦੇ 'ਤੇ ਧਿਆਨ ਲਾਇਆ? ਅਗਰ ਅਸੀਂ ਉਹਦੇ 'ਤੇ ਧਿਆਨ ਨਹੀਂ ਲਾਵਾਂਗੇ ਤਾਂ ਅਸੀਂ ਬਹਿ ਕੇ ਬਹੁਤ ਦੂਰ ਚਲੇ ਜਾਵਾਂਗੇ ਔਰ ਸ਼ੈਤਾਨ ਸਾਨੂੰ ਇੰਨੀ ਦੂਰ ਲੈ ਜਾਏਗਾ ਕਿ ਸਾਡਾ ਪਰਤਣਾ ਮੁਸ਼ਕਲ ਹੋ ਜਾਏਗਾ। ਫਿਰ ਅਸੀਂ ਉਸ ਵੇਲੇ ਨੂੰ ਰੋਵਾਂਗੇ ਕਿ ਅਸੀਂ ਉਹ ਵੇਲਾ ਕਿਉਂ ਖੁੰਝਾਇਆ। ਮੁਸ਼ਰਫ ਬੇਟਾ ਬਹੁਤ ਦੂਰ ਚਲਾ ਗਿਆ ਸੀ, ਉਹ ਆਪਣੀ ਅਸਲ ਸ਼ਕਲ ਵੀ ਖੋ ਬੈਠਿਆ ਸੀ, ਲੇਕਿਨ ਸ਼ੁਕਰ ਹੈ ਕਲਾਮ 'ਚ ਅਸੀਂ ਪੜ੍ਹਿਆ ਕਿ ਉਹ ਇੱਕ ਦਿਨ ਹੋਸ਼ 'ਚ ਆਇਆ ਔਰ ਉਹਨੇ ਕਿਹਾ ਕਿ ਮੈਂ ਆਪਣੇ ਪਿਓ ਦੇ ਘਰ ਵਾਪਸ ਜਾਵਾਂਗਾ, ਮੈਂ ਵਾਪਸ ਜਾਵਾਂਗਾ, ਕਿਉਂਕਿ ਮੇਰੇ ਪਿਓ ਦੇ ਘਰ 'ਚ ਤੇ ਨੌਕਰ ਵੀ ਮੇਰੇ ਨਾਲੋਂ ਚੰਗੀ ਰੋਟੀ ਖਾਂਦੇ ਨੇ ਤੇ ਮੈਂ ਇੱਥੇ ਸੂਰਾਂ ਦੀਆਂ ਫਲੀਆਂ ਖਾਣ ਨੂੰ ਤਰਸਣ ਡਿਆ। ਉਹ ਵਾਪਸ ਮੁੜਿਆ ਔਰ ਉਹਦੇ ਬਾਪ ਨੇ
ਉਹਨੂੰ ਖੁਸ਼ੀ ਨਾਲ ਆਪਣੇ ਗਲੇ ਨਾਲ ਲਾ ਲਿਆ ਔਰ ਉਹਨੂੰ ਫਿਰ ਦੁਬਾਰਾ ਉਸ ਜਗ੍ਹਾ ਤੇ ਉਸ ਮਨਸਬ ਤੇ ਬਹਾਲ ਕਰ ਦਿੱਤਾ ਜਿਸ ਜਗ੍ਹਾ ਤੇ ਉਹ ਪਹਿਲੇ ਮੌਜੂਦ ਸੀ। ਮਿਹਰਬਾਨ ਅਸਮਾਨੀ ਬਾਪ, ਅਸੀਂ ਸ਼ੁਕਰਗੁਜ਼ਾਰ ਹਾਂ ਕਿ ਅੱਜ ਇੱਕ ਦਫਾ ਫਿਰ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਤੇਰੀ ਹਜ਼ੂਰੀ 'ਚ ਆ ਸਕੀਏ, ਤੇਰੇ ਹਜ਼ੂਰ ਸ਼ੁਕਰਗੁਜ਼ਾਰੀ ਕਰ ਸਕੀਏ, ਤੇਰੀ ਤਮਜੀਦ ਕਰ ਸਕੀਏ, ਤੈਨੂੰ ਮੁਬਾਰਕ ਆਖ ਸਕੀਏ, ਕਿਉਂਕਿ ਖੁਦਾਮ ਤੇਰੀ ਜ਼ਾਤ ਹੀ ਸਭ ਤੋਂ ਅਫਜ਼ਲ ਔਰ ਸਭ ਤੋਂ ਪਾਕ ਹੈ, ਜਿਹਦੀ ਸਤਾਇਸ਼ ਕਰਨਾ ਸਾਡੇ ਤੇ ਵਾਜਿਬ ਹੈ। ਖੁਦਾਵੰਦ, ਅੱਜ ਅਸੀਂ ਆਪਣੇ ਆਪ ਨੂੰ ਤੇਰੇ ਹਜ਼ੂਰ ਚੁਕਾਉਂਦੇ ਹਾਂ, ਖਾਲੀ ਕਰਨੇ ਆ, ਇਕਰਾਰ ਕਰਨੇ ਆ ਕਿ ਇਨਸਾਨ ਹੁੰਦਿਆਂ ਅਸੀਂ ਬਹੁਤ ਸਾਰੀਆਂ ਗਲਤੀਆਂ ਕਰਨੇ ਆ। ਹਰ ਦਿਹਾੜੇ ਅਸੀਂ ਕੋਈ ਨਾ ਕੋਈ ਐਸਾ ਕੰਮ ਕਰਨੇ ਆ ਜਿਹਦੇ ਤੋਂ ਅਸੀਂ ਖੁਦ ਵੀ ਤਕਲੀਫ ਚੁੱਕਨੇ ਆ, ਦੂਜਿਆਂ ਨੂੰ ਵੀ ਤਕਲੀਫ ਦੇਣੇ ਆ। ਲੇਕਿਨ ਖੁਦਾਵੰਦ, ਤੂੰ ਹੀ ਸਾਨੂੰ ਬਚਾਉਣ ਵਾਲਾ ਹੈ, ਤੂੰ ਹੀ ਸਾਨੂੰ ਸਿਖਾਉਣ ਵਾਲਾ ਹੈ ਤੇ ਤੂੰ ਹੀ ਸਾਨੂੰ ਸਮਝਾਉਣ ਵਾਲਾ ਹੈ। ਖੁਦਾਵੰਦ, ਆਪਣੇ ਸਾਰੇ ਜੀਆਂ ਤੇ ਨਾਮ ਬਨਾਮ ਤੇਰੀ ਬਰਕਤ ਚਾਹੁੰਦੇ ਆ ਔਰ ਮਿੰਨਤ ਕਰਨੇ ਆ ਕਿ ਇਸ ਸਾਲ 'ਚ ਤੂੰ ਸਾਨੂੰ ਆਪਣੇ ਜਲਾਲ ਲਈ ਇਸਤੇਮਾਲ ਕਰੀ। ਤੇਰੇ ਕਰਮ ਦੀ ਨਿਗਾਹ, ਤੇਰਾ ਫਜ਼ਲ ਸਾਡੇ ਤੇ ਰਹੇ ਔਰ ਖੁਦਾਵੰਦ ਅਸੀਂ ਤੇਰੇ 'ਚ ਰਹਿ ਕੇ ਤੇਰੇ ਕੰਮਾਂ ਨੂੰ ਕਰੀਏ ਔਰ ਖੁਦਾਵੰਦ ਲੋਕ ਸਾਨੂੰ ਦੇਖ ਕੇ ਕਹਿਣ ਕਿ ਇਹ ਉਹ ਲੋਕ ਨੇ ਜਿਨ੍ਹਾਂ ਤੇ ਖੁਦਾ ਦੇ ਕਰਮ ਦੀ ਨਜ਼ਰ ਹੈ। ਤੇਰੀ ਖਾਸ ਬਰਕਤ ਨੂੰ ਖੁਦਾਵੰਦ ਆਪਣੇ ਇਹਨਾਂ ਸਾਰੇ ਜੀਆਂ ਤੇ ਮੈਂ ਮੰਗ ਲੈਣਾ ਔਰ ਮਿੰਨਤ ਕਰਨਾ ਕਿ ਤੂੰ ਆਪਣਾ ਅਸਮਾਨ ਸਾਡੇ ਸਾਰਿਆਂ ਤੇ ਖੋਲ ਔਰ ਸਾਨੂੰ ਕਸਰਤ ਦੀ ਬਰਕਤ ਦੇ। ਯਿਸੂ ਦੇ ਜ਼ਿੰਦਾ, ਕਾਦਰ, ਅਬਦੀ ਤੇ ਜਲਾਲੀ ਨਾਂ ਦੇ ਵਸੀਲੇ ਨਾਲ, ਆਮੀਨ।